ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬਾਨਾ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੇ ਨਾਹੀ ਸਾਨਾ। ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨਾ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਾਨਾ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਧਾਨਾ। ਆਪਣ ਲੀਆ ਜੇ ਮਿਲੇ, ਵਿਛੜ ਕਿਉ ਰਵਾਨਾ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਨਾਨਾ। ਹਰ ਜੇਠ ਰੰਗੀਲਾ ਤਿਸਤਣੀ, ਜਿਸ ਕੈ ਭਾਗ ਮਥਾਨਾ। ਹਰ ਜੇਠ ਰੰਗੀਲਾ ਤਿਸਤਣੀ, ਜਿਸ ਕੈ ਭਾਗ ਮਥਾਨਾ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋਤ। ਜੁੜ ਬੈਠੀ ਗੁਰੂ ਕੀ ਸਾਧ ਸੰਗਤ, ਮਹਾਂਪੁਰਸ਼ਾਂ ਦੇ ਤਪ ਸਥਾਨ ਸੰਤ ਜੋ ਬਲਾਲ ਸਿੰਘ ਮਹਾਰਾਜ ਜੀ ਦੇ ਤਪ ਸਥਾਨ ਤੇ ਜੁੜ ਕੇ ਬੈਠ ਕਰਕੇ ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਮਨਾ ਰਹੇ ਹੋ। ਸਾਹਿਬ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਾਹ ਦੇ ਵਿੱਚੋਂ ਅੱਜ ਦੀ ਸੰਗਰਾਂਦ ਜੋ ਜੇਠ ਦਾ ਮਹੀਨਾ ਹੈ, ਆਓ ਜੇਠ ਦੀ ਸੰਗਰਾਂਦ ਸਰਵਣ ਕਰਵਾਈ ਹੈ। ਆਓ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਮਹੀਨੇ ਵਿੱਚ ਸਿੱਖ ਸੰਗਤਾਂ ਪ੍ਰਤੀ ਉਪਦੇਸ਼ ਦੇਣਾ ਕਰਦੇ ਨੇ। ਮਨ ਬਿਰਤੀਆਂ ਕਾਗਰ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਜੋੜ ਕਰਕੇ ਬੈਠ ਕਰਕੇ ਸਤਿਗੁਰਾਂ ਦਾ ਉਪਦੇਸ਼ ਆਪਣੇ ਹਿਰਦੇ ਤੇ ਵਸਾਉਣਾ ਕਰੀਏ ਜੀ। ਵਾਹਿਗੁਰੂ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਇੱਕ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਹੈ, ਜਿਸ ਦੇ ਅੱਗੇ ਹਰ ਕੋਈ ਰਾਜਾ ਮਹਾਰਾਜਾ ਗਰੀਬ ਅਮੀਰ ਸ਼ਾਹੂਕਾਰ ਧਨਾੜ ਹਰ ਕੋਈ ਨੂੰਦਾ ਹੈ। ਇੱਕ ਨਿਰੰਕਾਰ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਹਰ ਜੇਠ ਜੁੜੰਦਾ ਲੋੜੀ, ਜਿਸ ਅੱਗੇ ਸਭ ਨਿਵਾਨੇ ਭਾਈ। ਉਸ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਨੂੰ ਸਿਮਰਨਾ ਕਰੀਏ, ਯਾਦ ਕਰੀਏ, ਚਿੰਤਨ ਕਰੀਏ, ਜਿਹਦੇ ਅੱਗੇ ਹਰ ਕੋਈ ਨਿਉਂਦਾ ਹੈ, ਜਿਹਦੇ ਅੱਗੇ ਹਰ ਕੋਈ ਨਿਉਂਦਾ ਹੈ, ਉਸ ਨੂੰ ਯਾਦ ਕਰੀਏ। ਕਿਉਂਕਿ ਉਹ ਸੱਚਾ ਪਾਤਸ਼ਾਹ ਹੈ, ਉਹ ਗਰੀਬ ਨਵਾਜ਼ ਹੈ, ਗਰੀਬਾਂ ਨੂੰ ਨਵਾਜਣ ਵਾਲਾ ਹੈ, ਸੱਚਾ ਪਾਤਸ਼ਾਹ ਹੈ। ਉਹ ਸਾਰਿਆਂ ਦੀ ਮਨੋਕਾਮਨਾ ਪੂਰਨ ਕਰਦਾ ਹੈ, ਸਾਰਿਆਂ ਦੇ ਫੁਰਨੇ ਹੱਲ ਕਰਦਾ ਹੈ। ਉਹ ਕਿਸੇ ਨਾਲ ਵੈਰ ਵਿਰੋਧ ਦੂਰੀ ਦਵੈਸ਼ ਨਹੀਂ ਰੱਖਦਾ। ਕੋਈ ਕੇਵਲ ਪਰਮੇਸ਼ਰ ਹੈ, ਉਹ ਨਿਰੰਕਾਰ ਸੱਚੇ ਪਾਤਸ਼ਾਹ ਚਰਨਾਂ ਨਾਲ ਜੋੜਨਾ ਕਰੀਏ। ਉਹ ਐਸਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਹਰ ਜੇਠ ਜੁੜੰਦਾ ਲੋੜੀ, ਜਿਸ ਅੱਗੇ ਸਭ ਨਿਵਾਨਾ।
ਉਸ ਹਰੀ ਜੇਠ ਜਲੰਦੇ ਭਾਵ ਦੇ ਚਰਨਾਂ ਨਾਲ ਜੋੜਨਾ ਕਰੀ, ਜਿਹਦੇ ਕਿ ਸਾਰੀ ਖਲਕਤ ਨੂਣਾ ਕਰਦੀ ਹੈ, ਭਾਵ ਨਮਸਕਾਰਾਂ ਕਰਦੀ, ਡੰਡੌਤ ਕਰਦੀ ਹੈ ਜੀ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ। ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਾਨਾ। ਹਰੀ ਸੱਜਣ ਦੇ ਦਾਵਣ ਭਾਵ ਚਰਨਾਂ ਨਾਲ ਲੱਗਣ ਨਾਲ ਕੋਈ ਬੰਧਨ ਨਹੀਂ ਪੈਂਦਾ, ਸਾਰੇ ਬੰਧਨ ਟੁੱਟ ਜਾਂਦੇ ਨੇ। ਕੇਵਲ ਇੱਕ ਨਿਰੰਕਾਰ ਦੀ ਸ਼ਰਨ ਵਿੱਚ ਆ ਜਾਣ ਨਾਲ ਸਾਰੇ ਜਿਹੜੇ ਹੈ ਬੰਧਨ ਟੁੱਟ ਜਾਂਦੇ ਨੇ। ਕਿੱਡੇ ਮਰਜ਼ੀ ਬੰਧਨ ਪਏ ਹੋਣ, ਕੇਵਲ ਨਿਰੰਕਾਰ ਦੀ ਸ਼ਰਨ ਵਿੱਚ ਆ ਜਾਣ ਨਾਲ ਸਾਰੇ ਬੰਧਨ ਟੁੱਟ ਜਾਂਦੇ ਨੇ। ਇਸ ਲਈ ਗਰੀਬ ਨਿਵਾਸ ਪੰਜ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਹਰੀ ਸੱਜਣ ਦੇ ਚਰਨਾਂ ਨਾਲ ਲੱਗਣ ਕਰਕੇ ਇਹ ਭਾਈ ਜੀ ਕੋਈ ਵੀ ਬੰਧਨ ਨਹੀਂ ਪੈਣਾ ਕਰਦਾ। ਮਾਨਕ ਮੋਤੀ ਨਾਮ ਪ੍ਰਭ ਉਨ ਲਗੇ ਨਾਹੀ ਸਨ। ਮਾਨਕ ਮੋਤੀ ਨਾਮ ਪ੍ਰਭ। ਮਾਨਕ ਬੜਾ ਕੀਮਤੀ ਹੈ। ਗੁਰੂ ਕੀ ਸੰਗਤ ਉਹ ਹਰ ਥਾਂ ਤੇ ਨਹੀਂ ਹੁੰਦਾ, ਉਹ ਹਾਥੀ ਦੇ ਸਿਰ ਵਿੱਚ ਹੁੰਦਾ ਹੈ। ਮਾਨਕ ਮੋਤੀ ਹੈ। ਮਾਨਕ ਮੋਤੀ ਹੈ। ਜਦ ਬਰਖਾ ਹੁੰਦੀ ਹੈ, ਗੁਰੂ ਕੀ ਸੰਗਤ ਸ਼ਵਾਨਤਾ ਬੂੰਦ ਹਾਥੀ ਦੇ ਸਿਰ ਤੇ ਪੈਂਦੀ ਹੈ, ਉਹ ਮਾਨਕ ਮੋਤੀ ਬਣ ਜਾਂਦਾ ਹੈ। ਉਹਦੀ ਕੀਮਤ ਗੁਰੂ ਕੀ ਸੰਗਤ ਕਰੋੜਾਂ ਅਰਬਾਂ ਖਰਬਾਂ ਰੁਪਈਆ ਬਣ ਜਾਂਦੀ ਹੈ। ਕੋਈ ਕੀਮਤ ਨਹੀਂ ਦੇ ਸਕਦਾ। ਪਰ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਉਹਨੂੰ ਡਰ ਹੈ ਚੋਰਾਂ ਦਾ, ਉਹਨੂੰ ਡਰ ਹੈ ਹੋਰ ਕੋਈ ਚਿਰਾਗ ਲੈ ਜਾਵੇ। ਅੱਜ ਕਿਸੇ ਪਾਤਸ਼ਾਹ ਕੋਲ ਉਹਦੀ ਹਾਰ ਹੋ ਗਈ, ਉਹ ਦੂਸਰੇ ਪਾਤਸ਼ਾਹ ਕੋਲ ਜਾਂਦਾ ਹੈ। ਉਹਦੀ ਹਾਰ ਹੋ ਗਈ, ਉਹ ਤੀਸਰੇ ਪਾਤਸ਼ਾਹ ਕੋਲ ਜਿਹੜਾ ਜਿੱਤਦਾ ਹੈ। ਇਸ ਲਈ ਉਹਨੂੰ ਚੁਰਾਉਣ ਦਾ ਡਰ ਹੈ। ਪਰ ਸਤਿਗੁਰੂ ਗਰੀਬ ਨਿਵਾਜ ਪੰਜ ਪਾਤਸ਼ਾਹ ਮੌੜ ਫਰਮਾਉਂਦੇ ਨੇ, ਮਾਨਕ ਮੋਤੀ ਨਾਮ ਪ੍ਰਭ। ਜਿਹੜਾ ਨਾਮ ਪ੍ਰਭੂ ਦਾ ਨਾਮ ਮਾਨਕ ਮੋਤੀ ਹੈ, ਉਹਨੂੰ ਲੱਗੇ ਨਾ ਹੀ ਸਾਨੂੰ, ਉਹਨੂੰ ਸਾਨੂੰ ਨਹੀਂ ਲੱਗਦੀ, ਭਾਵ ਨੂੰ ਚੁਰਾ ਨਹੀਂ ਸਕਦੀ। ਜੇ ਸਤਿਗੁਰੂ ਦਾ ਪਵਿੱਤਰ ਮੁਖ ਵਾਕ ਹੈ, ਗੁਰ ਕਾ ਬਚਨ ਬਸੇ ਜੀ ਨਾਲ ਜਲ ਨਹੀਂ ਡੂਬੇ, ਕਸਕਰ ਨਹੀਂ ਲੈਵੇ ਪਾਏ ਨਾ ਸਕੇ ਜਾਲੇ। ਆ ਗੁਰੂ ਦਾ ਬਚਨ, ਗੁਰੂ ਦਾ ਨਾਮ ਐਸਾ ਹੈ ਜਿਹਨੂੰ ਜਲ ਨਹੀਂ ਡੂਬ ਸਕਦਾ, ਜਿਹਨੂੰ ਅੱਗ ਨਹੀਂ ਸਾੜ ਸਕਦੀ, ਜਿਹਨੂੰ ਚੋਰ ਨਹੀਂ ਚਲਾ ਸਕਦਾ, ਐਸਾ ਹੈ। ਇਸ ਲਈ ਗਰੀਬ ਨਿਵਾਸ ਗੁਰੂ ਮਹਾਰਾਜ ਪੰਜ ਪਾਤਸ਼ਾਹ ਕਹਿੰਦੇ, ਮਾਨਕ ਮੋਤੀ ਨਾਮ ਪ੍ਰਭ ਲੱਗੇ ਨਾ ਹੀ ਸਨ। ਉਹਨੂੰ ਸਨ ਨਹੀਂ ਲੱਗਦੀ, ਭਾਵ ਕਿ ਉਹਨੂੰ ਜਿਹੜਾ ਨਾਮ ਪ੍ਰਭੂ ਦਾ ਮਾਨਕ ਮੋਤੀ ਨਾਮ ਹੈ, ਉਹਨੂੰ ਕਦੀ ਸਨ ਨਹੀਂ ਲੱਗਦੀ, ਭਾਵ ਕੋਈ ਚਾ ਨਹੀਂ ਸਕਦਾ ਜੀ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਸਤਿਗੁਰੂ ਮਹਾਰਾਜ ਦਾ ਪਵਿੱਤਰ ਮੁਖ ਵਾਕ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬੋਰੰਗੀ। ਭਾਵ ਆਪ ਹੀ ਪਰਮੇਸ਼ਰ ਇੱਕ ਰੰਗ ਹੈ, ਇੱਕ ਰੰਗ ਵਿੱਚ ਰਮਿਆ ਹੈ, ਆਪੇ ਸਾਰੇ ਅੰਗਾਂ ਵਿੱਚ ਰਮਣ ਕੀਤਾ ਹੋਇਆ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ, ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਸਾਰੇ ਨਾਰਾਇਣ ਦੇ ਪਰਮੇਸ਼ਰ ਵਾਹਿਗੁਰੂ ਦੇ ਬਣਾਏ ਰੰਗ ਨੇ, ਜਿਹੜੇ ਮਨ ਨੂੰ ਭਾਵਨਾ ਕਰਦੇ ਨੇ। ਕੇਵਲ ਇੱਕ ਨਾਰਾਇਣ ਹੈ ਜਿਹੜੇ ਸਾਰੇ ਰੰਗਾਂ ਵਿੱਚ ਰਮਿਆ ਹੋਇਆ ਹੈ। ਉਹ ਸਾਰੇ ਰੰਗ ਉਸ ਪਰਮੇਸ਼ਰ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਬਣਾਏ ਹੋਏ ਹਨ, ਜਿਹੜੇ ਸਾਰੇ ਪਰਿਪੂਰਨ ਹਨ ਜੀ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਹਰ ਲੋੜੇ ਜੋ ਪਰਮੇਸ਼ਰ ਵਾਹਿਗੁਰੂ ਕਹਿੰਦਾ ਹੈ, ਭਾਵ ਚਾਹੁੰਦਾ ਹੈ, ਉਹ ਜੀ ਕਰਦਾ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜਿਵੇਂ ਗੁਰੂ ਕੀ ਸੰਗਤ ਬਾਜੀਗਰ ਆਪਣੇ ਪੁਤਲੀ ਨੂੰ ਆਪਣੇ ਹੁਕਮ ਅਨੁਸਾਰ ਚਲਾਉਂਦਾ ਹੈ, ਆਵਾਜ਼ ਦਿੰਦਾ ਹੈ, ਪੁਤਲੀ ਟੇਢੀ ਜਾਂ ਹੋ ਜਾਂਦੀ ਹੈ, ਆਵਾਜ਼ ਦਿੰਦਾ ਸਿੱਧੀ ਹੋ ਜਾਂਦੀ ਹੈ, ਪੁੱਠੀ ਹੋ ਜਾਂਦੀ ਹੈ, ਉਹ ਬਾਜੀਗਰ ਦੇ ਕਹਿ ਅਨੁਸਾਰ ਚੱਲਦੀ ਹੈ। ਇਵੇਂ ਹੀ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਐਸਾ ਹੈ, ਜਿਵੇਂ ਜੀਵਾਂ ਨੂੰ ਹੁਕਮ ਕਰਦਾ ਹੈ, ਤਿਵੇਂ ਜੀਵਾਂ ਨੂੰ ਚਲਾਉਣਾ ਕਰਦਾ ਹੈ ਜੀ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ। ਭਾਈ ਜੀ ਉਹ ਧਨ ਹਨ, ਉਹ ਜਗਿਆਸੂ, ਉਹ ਰੂਹਾਂ ਧਨ ਹਨ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੇ ਬਣਾ ਲੈਣਾ ਕੀਤਾ, ਆਪਣਾ ਕਰ ਲਿਆ ਹੈ। ਉਹ ਧਨ ਹਨ, ਉਹ ਧਨਤਾ ਦੇ ਯੋਗ ਹਨ।
ਉਹਨਾਂ ਬਾਰੇ ਸਤਿਗੁਰੂ ਮਹਾਰਾਜ ਨੇ ਬਾਣੀ 'ਚ ਲਿਖਿਆ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਮਨ ਕਹੇ ਸੁਆਓ ਜਨ ਕੀ ਸੰਗ ਜਿਤ ਆਵੇ ਨਾਉ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਨੇ ਆਪਣੇ ਬਣਾ ਲਿਆ ਹੈ। ਜਿਹੜੇ ਪ੍ਰਭੂ ਦੇ ਬਣ ਗਏ ਹਨ ਉਹ ਧੰਨ ਹਨ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਉਹ ਧੰਨ ਹਨ। ਜਿਨ੍ਹਾਂ ਨਾਮ ਜਪਿਆ ਉਹ ਧੰਨ ਹਨ। ਜਿਨ੍ਹਾਂ ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਕੀ ਸੰਗਤ, ਉਹ ਧੰਨ ਹਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗਰੀਬ ਨਵਾਜ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਨੇ ਆਪਣਾ ਬਣਾ ਲਿਆ ਹੈ ਉਹ ਧੰਨਤਾ ਦੇ ਯੋਗ ਹੋ ਗਏ ਹਨ ਜੀ। ਆਪਣ ਲੀਆ ਜੇ ਮਿਲੇ ਵਿਛੜ ਕਿਉ ਰਵਾਨਾ, ਆਪਣ ਲੀਆ ਜੋ ਮਿਲੇ ਜੇ ਮਿਲੇ ਵਿਛੜ ਕਿਉ ਰਵਾਨਾ। ਭਾਈ ਜੋ ਜੀਵ ਆਪਣੀ ਕਮਾਈ ਕਰਦਾ ਹੈ, ਪਾਪ ਪੁਰਖਲੇ ਕਰਮਾਂ ਦੀ ਕਮਾਈ ਕੀਤੀ, ਮਨੁੱਖਾ ਜਨਮ ਪ੍ਰਾਪਤ ਹੋਇਆ, ਸੰਸਕਾਰ ਬਣੇ ਅੰਦਰ ਗੁਰੂ ਕੀ ਸੰਗਤ, ਮਾੜੇ ਚੰਗੇ ਭਾਵ ਜਿੰਨੇ ਜਿੰਨੇ ਪੁੰਨ ਕੀਤੇ ਸਨ ਉਹ ਸੰਸਕਾਰਾਂ ਦੇ ਸਦਕਾ ਜੀਵਨ ਨੂੰ ਮਨੁੱਖਾ ਜਨਮ ਪ੍ਰਾਪਤ ਹੋ ਗਿਆ। ਸਤਿਗੁਰੂ ਜੀ ਕਹਿੰਦੇ ਉਹ ਮਨੁੱਖਾ ਜਨਮ ਪ੍ਰਾਪਤ ਹੋਣ ਕਰਕੇ ਫਿਰ ਭਾਈ ਇਹ ਜਿਹੜੀ ਦੇਹ ਹੈ ਭਾਵ ਨਿਰੰਕਾਰ ਦੀ ਬਖਸ਼ੀ ਹੋਈ, ਇਹ ਸਫਲਾ ਹੋ ਗਏ ਜਿਨ੍ਹਾਂ ਨੇ ਨਾਮ ਜਪਣਾ ਕੀਤਾ। ਆਪਣ ਲੀਆ ਜੇ ਮਿਲੇ ਵਿਛੜ ਕਿਉ ਰਵਾਨਾ, ਭਾਵ ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਨੇ ਆਪਣੇ ਨਾਲ ਮਿਲਾ ਲੈਣਾ ਕੀਤਾ ਹੈ ਉਹ ਵਿਛੜ ਕੇ ਕਦੇ ਰੋਣਾ ਨਹੀਂ ਕਰਦੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ, ਸਾਧੂ ਸੰਗਤ ਪ੍ਰਾਪਤੇ ਨਾਨਕ ਰੰਗ ਮਨਨ, ਭਾਵ ਜਿਨ੍ਹਾਂ ਨੂੰ ਸਾਧੂ ਸੰਗਤ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਨੇ ਸਾਧੂ ਸੰਗਤ ਵਿੱਚ ਜਾ ਕੇ ਨਾਮ ਜਪਣਾ ਕੀਤਾ ਹੈ, ਉਹਨਾਂ ਨੂੰ ਸਾਰੇ ਸਭ ਕੁਝ ਮਿਲ ਗਿਆ। ਮਹਾਰਾਜ ਦਾ ਪੂਰਨ ਮੁਖਵਾਕ ਵੀ ਹੈ, ਚਾਰ ਪਦਾਰਥ ਜੋ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ, ਜੀ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰਾਂ ਬਤਾਈ, ਉਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ ਕਰਾਂ। ਜਿੱਦੇ ਵੀ ਜਿੱਦੋਂ ਜੋ ਵੀ ਜੀਵ ਸੰਸਾਰ ਤੋਂ ਕਰਿਆ ਹੈ ਪਾਪ ਸਾਧੂ ਸੰਗਤ ਕਰਕੇ ਤਰਨਾ ਕੀਤਾ ਹੈ। ਦੇਖਣਾ ਕਰੀ ਝਾਤ ਮਾਰੀਏ ਕਬੀਰ ਸਾਹਿਬ ਨੂੰ ਰਾਮਾਨੰਦ ਦੀ ਸੰਗਤ ਪ੍ਰਾਪਤ ਹੋਈ, ਜਲਾਏ ਸਨ ਗੁਰੂ ਕੀ ਸੰਗਤ, ਇੰਨੀ ਕਮਾਈ ਕੀਤੀ, ਭਾਵ ਸਾਗਰ ਪ੍ਰਭਾਵ ਕਰੇ, ਪਤਾ ਨਹੀਂ ਕਿੰਨੇ ਨਰਕਾਂ ਨਰਕਾਂ ਵਾਲੇ ਜੀਵਨ ਨੂੰ ਤਾਰਨਾ ਕੀਤਾ। ਗਣਕਾ ਪਾਪਨ ਹੋਏਗੇ ਪਾਪਾਂ ਦਾ ਗਲ ਹਾਰ ਖਲੋਤਾ, ਅਚਾਨ ਜਗ ਮਹਾਂਪੁਰਸ਼ ਗਣਕਾ ਵਾੜੇ ਜਾਏ ਖਲੋਤਾ। ਗੁਰੂ ਕੀ ਸੰਗਤ ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤ ਸੋ ਗਣਕਾ ਨੂੰ ਹੋਤਾ ਭਾਵ। ਐਸੇ ਸਾਧੂ ਗੁਰੂ ਕੀ ਸੰਗਤ ਜੋ ਪਾਪਾਂ ਨਾਲ ਭਰੀ ਹੋਈ, ਪਾਪ ਕਮਾ ਕੇ ਗੁਰੂ ਕੀ ਸੰਗਤ ਗਣਕਾ ਪਾਪਨ ਉਹਦੇ ਵਿਹੜੇ ਜਾ ਕੇ ਖੜੇ ਗਏ, ਬਾੜੇ ਭਾਵ ਦਰਵਾਜ਼ੇ ਤੋਂ ਬਾਹਰ ਜਾ ਕੇ ਖੜ ਗਏ ਤੇ ਉਹਦੀ ਗੁਰੂ ਕੀ ਸੰਗਤ ਮਾੜੇ ਮੰਦ ਵਾਸਨਾ ਵੇਖ ਕੇ, ਮਾੜੇ ਕਰਮ ਵੇਖ ਕੇ, ਦੁਰਮਤ ਹੋਏ ਦੇਖ ਦਿਆਲ ਹੋਏ, ਮਾੜੀ ਬੁੱਧੀ ਵੇਖ ਕੇ, ਮਾੜੀ ਵਾਸਨਾ ਦੇਖ ਕੇ ਦਿਆਲ ਦਾ ਵਿਚਾਰ ਹੈ। ਗੁਰੂ ਕੀ ਸੰਗਤ ਦਾ ਤੋਤਾ ਕਹਿਣਾ ਸੀ ਕਰ ਲੈ ਗਣਕੇ ਨੂੰ ਰਾਮ ਨਾਮ ਪੜਾ, ਜਦੋਂ ਲਾ ਕੇ ਤੋਤ ਨੂੰ ਉਹਦੇ ਜਿਵੇਂ ਉਹ ਤੋਤ ਨੂੰ ਲੱਗੀ ਰਾਮ 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 ਕਰਦੀ ਗੁਰੂ ਕੀ ਸੰਗਤ। ਜਮ ਲੈਣ ਆਏ ਪਾਪਾਂ ਕਰਕੇ, ਰਾਮ ਰਾਮ ਸਰਵਣ ਕਰਕੇ ਸੁਣ ਕੇ ਗੁਰੂ ਕੀ ਸੰਗਤ ਉਹ ਭਾਈ ਕੱਟੀ ਕੀ ਜਮਾ ਦੀ ਭਾਵ ਨਿਰੰਕਾਰ ਦੇ ਚਰਨਾਂ ਵਿੱਚ ਜਾ ਕੇ ਮਿਲਣ ਹੋ ਗਏ। ਇਹਦੀ ਸੰਗਤ ਕਰਕੇ, ਸਾਧੂ ਦੀ ਸੰਗਤ ਕਰਕੇ। ਇਸ ਲਈ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਸਾਧੂ ਸੰਗਤ ਪ੍ਰਾਪਤੇ ਨਾਨਕ ਰੰਗ ਮਨਨ, ਭਾਵ ਸਾਧੂ ਦੀ ਸੰਗਤ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਗੁਰੂ ਕੀ ਸੰਗਤ ਸਾਧੂ ਸੰਗਤ ਨਹੀਂ ਜੀਵ ਨੂੰ ਮਿਲਦੀ, ਅਜਾਮਲ ਪਾਪੀ ਜਗ ਜਾਣੇ ਨਾ ਕਮਾਇ ਨ ਸਤਾਰਾ। ਅਜਾਮਲ ਵੀ ਗੁਰੂ ਕੀ ਸੰਗਤ ਬਹੁਤ ਵੱਡਾ ਪਾਪੀ ਸਾਧੂ ਸੰਗਤ ਕਰਕੇ ਗੁਰੂ ਕੀ ਸੰਗਤ ਨਾਰਾਇਣ ਪੁੱਤਰ ਦਾ ਨਾਮ ਨਾਰਾਇਣ ਰੱਖਾਇਆ, ਨਾਰਾਇਣ ਕਰਦਾ ਗੁਰੂ ਕੀ ਸੰਗਤ ਨਾਰਾਇਣ ਦੇ ਚਰਨਾਂ ਵਿੱਚ ਜਾ ਨਿਵਾਸ ਕੀਤਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਸਾਧੂ ਸੰਗਤ ਪ੍ਰਾਪਤੇ ਨਾਨਕ ਰੰਗ ਮਨਨ, ਭਾਵ ਸਾਧੂ ਦੀ ਸੰਗਤ ਵਿੱਚ ਜਾ ਕੇ ਭਾਈ ਨਾਮ ਜਪਣਾ ਕਰੋ, ਸਿਮਰਨ ਕਰੋ, ਫਿਰ ਇਹ ਜਿਹੜੀ ਜਮਾਂ ਦੀ ਖਾਈ ਛੁੱਟ ਜਾਵੇਗੀ। ਮਨੁੱਖਾ ਜਨਮ ਹੈ ਇਹ ਸਫਲਾ ਹੋ ਜਾਵੇਗਾ, ਜੀਵ ਦਾ ਆਉਣਾ ਜਾਵਣਾ
ਖਤਮ ਹੋ ਜਾਵੇਗਾ ਜੀ। ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਤਨੀ ਜਿਸ ਕੇ ਭਾਗ ਮਥਨ। ਭਾਵ ਜੇਠ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਣਾ ਹੈ, ਸਫਲਾ ਹੈ। ਰੰਗੀਲਾ ਭਾਵ ਵਧੀਆ ਹੈ, ਸੁਖਦਾਇਕ ਹੈ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ, ਭਾਵ ਬਹੁਤ ਵਧੀਆ ਹਨ। ਗੁਰੂ ਕੀ ਸੰਗਤ ਇਹ ਮੱਥੇ ਦੇ ਭਾਗ ਗੁਰੂ ਦੇ ਚਰਨ ਵਿੱਚ ਕਰਨਾ ਵਿੱਚ ਆਉਣ ਨਾਲ ਚੰਗੇ ਬਣਦੇ ਹਨ। ਭਾਵ ਜਿਵੇਂ ਮਹਾਂਪੁਰਸ਼ ਮਿਸਾਲ ਦਿਆ ਕਰਦੇ ਹਨ ਕਿ ਮੂਰ ਜਿਹੜੀ ਹੁੰਦੀ ਹੈ ਉਹਦੇ ਅੱਖਰ ਪੁੱਠੇ ਹੁੰਦੇ ਹਨ। ਦਿਸ਼ਾਈ ਨਾਲ ਲਾ ਕੇ ਕਾਗਜ਼ ਲਾਈਏ ਅੱਖਰ ਸਿੱਧੇ ਹੋ ਜਾਂਦੇ ਹਨ। ਇਵੇਂ ਗੁਰੂ ਕੀ ਸੰਗਤ ਜਿਹੜੇ ਮਾੜੇ ਲੇਖ ਨੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਆ ਕੇ ਜਦ ਮੱਥਾ ਟੇਕਦੇ ਹਾਂ, ਉਹ ਮਾੜੇ ਮੱਥੇ ਦੇ ਲੇਖ ਲਿਖੇ ਹੋਏ ਗੁਰੂ ਕੀ ਸੰਗਤ ਚੰਗੇ ਬਣ ਜਾਂਦੇ ਹਨ। ਜਦੋਂ ਗੁਰੂ ਦੇ ਚਰਨ ਵਿੱਚ ਆ ਕੇ ਮੱਥਾ ਟੇਕਦੇ ਹਾਂ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਰਾਮ ਜੇਠ ਰੰਗੀ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੇ ਭਾਗ ਮਥਨ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਪੰਜਵਾਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਅੱਜ ਦੀ ਸੰਗਰਾਂਦ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੇ ਭਾਗ ਮਥਨ। ਜੇਠ ਦੇ ਮਹੀਨੇ ਸੰਗਰਾਂਦ ਸਰਵ ਕਰਵਾਈ ਹੈ। ਆਓ ਸਾਰੀ ਸੰਗਤ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ 'ਚ ਨਤਮਸਤਕ ਹੋਈਏ। ਸਤਿਗੁਰੂ ਚਰਨਾਂ 'ਚ ਬੇਨਤੀ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ। ਹੁਣ ਜਿਹੜਾ ਅਜੋਕਾ ਸਮਾਜ ਦਾ ਚੱਲ ਰਿਹਾ ਹੈ ਗੁਰੂ ਕੀ ਸੰਗਤ ਸਮਾਜ ਦੇ ਅੰਦਰ, ਵਿਸ਼ਵ ਦੇ ਅੰਦਰ, ਸਾਰੇ ਵਿਸ਼ਵ ਭਰ ਵਿੱਚ ਉਹ ਵਾਇਰਸ ਕਰੋਨਾ ਜਿਹੜਾ ਫੈਲਿਆ ਹੈ ਗੁਰੂ ਕੀ ਸੰਗਤ, ਉਹ ਤੋਂ ਸਭ ਦੁਨੀਆ ਡਰੀ ਪਈ ਹੈ। ਕਿਤੇ ਮੌਤਾਂ ਹੋ ਰਹੀਆਂ ਹਨ, ਕਿਤੇ ਕੋਈ ਹੋਰ ਕਈ ਕੰਮ ਦੇ ਕੰਮ ਹੋ ਰਹੇ ਹਨ। ਕੇਵਲ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ ਸਰਬ ਰੋਗ ਕਾ ਔਖਦ ਨਾਮ। ਪਰ ਸਾਰਾ ਦੁੱਖਾਂ ਦਾ ਬਿਮਾਰੀਆਂ ਦਾ ਨਾਮ ਦਾਰੂ ਹੈ। ਦਾਰੂ ਕੀ ਹੈ? ਨਾਮ ਦਾਰੂ ਹੈ। ਇਸ ਲਈ ਉਹ ਨਾਮ ਦੇ ਨਾਲ ਜੁੜੀਏ ਭਾਈ ਗੁਰੂ ਕੀ ਸੰਗਤ ਇਹ ਬਚਨਾ ਹੈ। ਕੇਵਲ ਨਾਮ ਜਪੀ ਸਿਮਰਨ ਕਰੀਏ, ਸੇਵਾ ਕਰੀਏ, ਘਰ ਵਿੱਚ ਬੈਠ ਕੇ ਹੀ ਪ੍ਰਭੂ ਦਾ ਘਰ ਬੈਠੇ ਪ੍ਰਭੂ ਦਾ ਨਾਮ ਸਿਮਰਨ ਧਿਆਉਣਾ ਕਰੀਏ। ਜਿਵੇਂ ਗੁਰੂ ਕੀ ਸੰਗਤ ਪ੍ਰਸ਼ਾਸਨ ਵਾਲਾ ਕਿਹਾ ਥੋੜਾ ਦੂਰੀ ਰੱਖੋ। ਕੇਵਲ ਆਪ ਥੋੜਾ ਜਿਹਾ ਸਮਾਜ ਤੋਂ ਗੁਰੂ ਕੀ ਸੰਗਤ ਇੰਨਾ ਹੀ ਬਹੁਤ ਹੈ। ਭਾਵ ਘਰ ਬੈਠੇ ਜੋ ਘਰ ਬੈਠੇ ਨਾਮ ਜਪਣਾ ਕਰੀਏ। ਐਵੇਂ ਮਾੜੇ ਕੰਮਾਂ ਦੇ ਵਿੱਚ ਖਰਚੇ ਨਾ। ਜੇ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਫੁਰਸਤ ਦਿੱਤੀ ਹੈ ਜੀਵ ਨੂੰ, ਉਵੇਂ ਦਾ ਜੀਵ ਕੋਲ ਸਮਾਂ ਹੀ ਨਹੀਂ ਹੈ। ਉਹਨੇ ਸਮਾਂ ਬਣਾਇਆ ਹਮਾਰੇ ਸਭੇ ਸਮਾਂ ਨੂੰ ਸਫਲਾ ਕਰੀਏ, ਨਸ਼ਟ ਨਾ ਕਰੀਏ। ਸਮਾਂ ਸਫਲਾ ਤਾਂ ਹੀ ਹੋਵੇਗਾ ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਾਂਗੇ, ਸਿਮਰਨ ਕਰਾਂਗੇ, ਸੇਵਾ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਸਾਰਾ ਵਿਸ਼ਵ ਸੰਸਾਰ ਦੇ ਅੰਦਰ ਠੰਡ ਵਰਤਾਉਣ। ਉਹਨਾਂ ਦੀ ਬਖਸ਼ਿਸ਼ ਨਾਲ ਹੀ ਠੰਡ ਵਰਤਣੀ ਹੈ। ਸਾਰੀ ਸੰਗਤ ਜਿੱਥੇ ਕੋਈ ਬੈਠਾ ਹੈ ਅਰਦਾਸ ਕਰਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ। ਇਹ ਆਪ ਆਪਣੇ ਚਰਨਾਂ 'ਚ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਕੇ ਸੱਚੇ ਪਾਤਸ਼ਾਹ ਠੰਡ ਵਰਤਾਓ। ਅੱਗੇ ਵੀ ਕਈ ਗੁਰੂ ਕੀ ਸੰਗਤ ਕਈ ਵਾਰ ਸਮਾਜ ਦੇ ਐਸੇ ਦੁੱਖ ਆਏ ਨੇ। ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਮੰਡੀ ਵਾਲੇ ਮਹਾਂਪੁਰਸ਼ ਮਹਾਂ ਹਰਨਾਮ ਸਿੰਘ ਜੀ ਦੇ ਪਾਸ ਸੰਗਤਾਂ ਗਈਆਂ। ਉਦੋਂ ਉਹਨਾਂ ਦੇ ਸਮੇਂ ਵਿੱਚ ਇੱਕ ਪਲੇਗ ਦੀ ਬਿਮਾਰੀ ਬੜੀ ਫੈਲੀ ਸੀ। ਪਲੇਗ ਦੀ ਬਿਮਾਰੀ ਇੱਕ ਪਿੰਡ, ਜਿਸ ਪਿੰਡ ਵਿੱਚ ਪਲੇਗ ਦੀ ਬਿਮਾਰੀ ਆ ਜਾਣੀ ਉਸ ਪਿੰਡ ਦਾ ਪਿੰਡ ਹੀ ਸਾਰਾ ਵਿਹਲਾ ਹੋ ਜਾਣਾ। ਭਾਵ ਇੱਕ ਮੁਰਦੇ ਨੂੰ ਸਾੜ ਕੇ ਉਹਨੂੰ ਦੂਜਾ ਘਰ ਵਿੱਚ ਫਿਰ ਤਿਆਰ ਹੋਣਾ, ਦੂਜੀ ਨੂੰ ਸਾੜ ਕੇ ਉਹਨੂੰ ਤੀਜਾ ਫਿਰ ਤਿਆਰ ਹੋਣਾ। ਘਰਾਂ ਦੇ ਘਰ, ਪਿੰਡਾਂ ਦੇ ਪਿੰਡ ਵਿਹਲੇ ਹੋ ਗਏ। ਬੜੀ ਦੁਨੀਆ ਦੁਖੀ ਕੋਈ ਬਾਣ ਆਪਣੇ ਗੁਰੂ ਕੀ ਸੰਗਤ। ਫਿਰ ਹਾਰ ਕੇ ਗੁਰੂ ਕੀ ਸੰਗਤ ਇੱਕ ਦਿਨ ਵਿਚਾਰ ਕੀਤੀ। ਸੰਗਤਾਂ ਨੇ ਮਹਾਂਪੁਰਸ਼ਾਂ ਦੇ ਕੋਲ ਗਏ, ਬਾਬਾ ਨਾਨਕ ਸਿੰਘ ਮਹਾਰਾਜ ਜੀ ਦੇ ਕੋਲ ਗਏ। ਜਾ ਕੇ ਫਿਰ ਬਾਬਾ ਹਰਨਾਮ ਸਿੰਘ ਦੇ ਕੋਲ ਗਏ। ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ ਇਹ ਬੜੀ ਭਿਆਨਕ ਪਲੇਗ ਦੀ ਬਿਮਾਰੀ ਫੈਲੀ ਹੈ, ਇਹਦਾ ਕੋਈ ਇਲਾਜ ਨਹੀਂ। ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਕਰ ਸਕਦੇ ਹੋ, ਸਮਰੱਥ ਸਾਧੂ ਹੋ, ਸਮੇਂ ਦੇ ਮਾਲਕ ਹੋ, ਤੁਸੀਂ ਕਰ ਸਕਦੇ ਹੋ, ਇਲਾਜ ਕਿਉਂ ਕਰੋ। ਬਾਬਾ ਜੀ ਦਾ ਸੁਭਾਅ ਸੀ, ਨੀਲੇ ਨੂੰ ਆਵਾਜ਼ ਮਾਰੀ। ਬਾਬਾ ਜੀ ਦਾ ਸੇਵਕ ਸੀ ਨੀਲਿਆ, ਜਦ ਕੋਲ ਆਇਆ ਆਖਣ ਲੱਗੇ ਨੀਲਿਆ ਇਹਨਾਂ ਦੇ ਪਰਿਵਾਰਾਂ ਦੇ ਨਾਮ ਲਿਖ। ਉਹ ਨਾਮ ਲਿਖਾਉਣ ਲੱਗੇ। ਬਾਬਾ ਜੀ ਸੁਰਤ ਨਾਲ ਬੈਠ ਗਏ, ਨਾਮ ਲਿਖਾਏ ਗਏ। ਲਿਖਾਉਂਦਿਆਂ ਗੁਰੂ ਕ੍ਰਿਸ਼ਨ ਜੀ ਨੇ ਨਾਮ ਯਾਦ ਸਨ, ਦਾਦੇ ਪੜਦਾਦਿਆਂ ਦੇ ਨਾਮ ਲਿਖਾਏ ਗਏ। ਇੱਕ ਨਾਮ ਆਇਆ ਕਿ ਬੱਲਾ, ਉਹਦੇ ਦਾਦੇ ਪੜਦਾਦੇ ਦਾ ਨਾਮ ਸੀ। ਬੱਲੋ ਗੁਰੂ ਕ੍ਰਿਸ਼ਨ ਦੀ ਦਾਦੀ ਦਾ ਨਾਮ ਸੀ। ਬਾਬਾ ਜੀ ਕਹਿੰਦੇ ਰੁਕ ਜਾਓ। ਬਾਬਾ ਜੀ ਨੇ ਬਚਨ ਕੀਤਾ, ਬੱਲਿਆ ਆਪਣੇ ਬੱਲੋ ਨੂੰ ਸਮਝਾ, ਬੱਲੋ ਪੈ ਗਈ ਪੜੇ ਰਾਹ। ਮਹਾਰਾਜ ਜੀ ਕੀ ਬਚਨ ਕੀਤਾ ਜੀ। ਬਾਬਾ ਜੀ ਕਹਿਣ ਲੱਗੇ ਬੱਲਾ ਉਹ ਪਰਮਾਤਮਾ ਵਾਹਿਗੁਰੂ ਨਿਰੰਕਾਰ ਹੈ ਤੇ ਬੱਲੋ ਦੀ ਕੁਦਰਤ ਹੈ। ਕੁਦਰਤ ਭੈੜੇ ਰਾਹ ਪੈ ਗਈ ਹੈ
ਤੇ ਪਰਮੇਸ਼ਰ ਨੂੰ ਇਹ ਬੇਨਤੀ ਕੀਤੀ ਹੈ, ਇਹ ਭੈੜੇ ਰਾਹ ਪੈ ਗਏ ਨੂੰ ਸਮਝਾਉਣਾ ਕਰੋ। ਬਾਬਾ ਜੀ ਕੇ ਮੰਤਰ ਹੈ, ਜਾ ਕੇ ਇਹਦੇ ਕੰਨ ਕੜੇ ਦੇ ਦਿਓਗੇ, ਸੁਣਾ ਦਿਓਗੇ, ਮਰਿਆ ਵੀ ਬੰਦਾ ਉੱਠ ਪਵੇਗਾ, ਮਰਦਾ ਜੂਝ ਪਵੇਗਾ। ਗੁਰੂ ਕੀ ਸੰਗਤ ਉਸੇ ਤਰ੍ਹਾਂ ਹੋਇਆ, ਜਿਹੜਾ ਗੁਰੂ ਕੀ ਸੰਗਤ ਪਲੇਗ ਦੀ ਬਿਮਾਰੀ ਫੈਲੀ ਸੀ, ਪਿੰਡਾਂ ਵਿੱਚ ਜਾ ਕੇ ਗੁਰੂ ਕੀ ਸੰਗਤ ਕੰਨ ਵਿੱਚ ਮੰਤਰ ਰੱਖਣ ਬੱਲਿਆ, ਆਪਣੇ ਬੱਲੂ ਨੂੰ ਸਮਝਾ, ਬੱਲੂ ਪੈ ਗਈ ਭੈੜੇ ਰਾਹ। ਭਾਵ ਇਹ ਮੇਹੇ ਮਾਲਕ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ, ਆਪਣੀ ਕੁਦਰਤ ਨੂੰ ਸਮਝਾ, ਕੁਦਰਤ ਭੈੜੇ ਰਾਹ ਪੈ ਗਈ ਹੈ। ਤੇ ਗੁਰੂ ਕੀ ਸੰਗਤ ਉਹ ਸਾਰੇ ਦੇ ਸਾਰੇ ਪਿੰਡ ਗੁਰੂ ਕੀ ਸੰਗਤ ਬਾਬਾ ਜੀ ਦੇ ਬਚਨ ਨਾਲ ਸਾਰੇ ਦੇ ਸਾਰੇ ਨਿਰੋਗ ਹੋ ਗਏ। ਭਾਵ ਉਹਨਾਂ ਨੂੰ ਕੋਈ ਪਲੇਗ ਦੀ ਬਿਮਾਰੀ ਦਾ ਕੋਈ ਡਰ ਨਾ ਰਿਹਾ, ਭਾਵ ਸਾਰੀ ਖਤਮ ਹੋ ਗਈ। ਇਸੇ ਤਰ੍ਹਾਂ ਹੁਣ ਵੀ ਗੁਰੂ ਕੀ ਸੰਗਤ ਸਮਰੱਥ ਸਾਧੂ ਬੈਠੇ ਨੇ, ਬੜਾ ਜਪ ਤਪ ਹੋ ਰਿਹਾ ਹੈ। ਗੁਰੂ ਕੀ ਸੰਗਤ ਇਹ ਜਪ ਤਪ ਦੇ ਨਾਲ, ਸਿਮਰਨ ਦੇ ਨਾਲ, ਸੇਵਾ ਦੇ ਨਾਲ ਇਹ ਬਿਮਾਰੀਆਂ ਖਤਮ ਹੁੰਦੀਆਂ ਨੇ। ਸਰਬ ਰੋਗ ਕਾ ਔਖਦ ਨਾਮ। ਬੜੀਆਂ ਦਿੱਲੀ ਵਿੱਚ ਬਿਮਾਰੀਆਂ ਆਈਆਂ, ਗੁਰੂ ਕੀ ਸੰਗਤ ਸਤਿਗੁਰੂ ਮਹਾਰਾਜ ਦਾ ਬਚਨ ਸੀ, ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜੇ ਜਿੱਠੇ ਸਭ ਦੁੱਖ ਜਾਏ। ਇਹਨਾਂ ਕਹਿਣ ਦੇ ਨਾਲ ਹੀ ਗੁਰੂ ਕੀ ਸੰਗਤ ਉਹ ਦਿੱਲੀ ਦੇ ਵਿੱਚ ਗੁਰੂ ਕੀ ਸੰਗਤ ਕਿੰਨੀ ਲੈਣਾ ਲੱਗੀ ਰਹਿੰਦੀ ਸਨ ਗੁਰੂ ਸ੍ਰੀ ਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਗੁਰੂ ਕੀ ਸੰਗਤ ਲੱਖਾਂ ਰੋਜ਼ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਕਰਕੇ ਜਿਹੜੇ ਮਰੀਜ਼ ਸਨ ਠੀਕ ਹੁੰਦੇ ਸਨ। ਐਸੇ ਗੁਰੂ ਕੀ ਸੰਗਤ ਗੁਰੂ ਦਾ ਨਾਮ ਹੈ, ਐਸਾ ਗੁਰੂ ਦੀ ਬਖਸ਼ਿਸ਼ ਹੈ। ਆਓ ਉਸ ਨਾਮ ਦੇ ਨਾਲ ਜੁੜੀਏ ਜੋ ਨਾਮ ਗੁਰੂ ਕੀ ਸੰਗਤ ਜੀਵ ਨੂੰ ਸੰਸਾਰ ਤੋਂ ਭਵ ਸਾਗਰ ਤੋਂ ਉਤਾਰ ਦੇਣਾ ਕਰਦਾ ਹੈ। ਉਹਦੇ ਚਰਨਾਂ ਨਾਲ ਜੁੜ ਕੇ ਆਪਾਂ ਸਾਰੀ ਸੰਗਤ ਅਰਦਾਸ ਦੇ ਸੱਚੇ ਪਾਤਸ਼ਾਹ ਮਹਾਰਾਜ ਜਪ ਕਿਰਪਾ ਕਰੋ, ਇਸ ਭਵ ਸਾਗਰ ਨੂੰ, ਇਸ ਸੰਸਾਰ ਦੇ ਲੋਕਾਂ ਨੂੰ ਆਪ ਠੰਡ ਵਰਤਾਓ, ਆਪ ਨਾਮ ਜਪੋ ਤੇ ਹੋਰਨਾਂ ਕੋਲ ਨਾਮ ਜਪਾਓ। ਫਿਰ ਲੋਕ ਸੁਖੀਏ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ